सतनाम वाहिगुरु साहिब जीओ। गावे को तान होवे किसे तान, गावे को दात जाने निशान, गावे को गुण वडियाइयां चार, गावे को विद्या विखम विचार, गावे को साज करे तन खे, गावे को जी ले फिर दे, गावे को जापे दिशे दूर, गावे को वेखे हादरा हदूर, कथना कथी न आवे टोट, कथ कथ कथी कोटि कोट कोट, देंदा दे लैंदे थक पाहे, जुगा जुगंतर खाही खाहे, हुक्म ही हुक्म चलाए रहा, नानक विगसै वे प्रवाह, हुक्म ही हुक्म चलाए रहा, नानक विगसै वे परवाह। परम सन्मानयोग चवर छत्र तखत दे मालक सतगुरु धन धन साहिब श्री गुरु ग्रंथ साहिब पातशाह जी सतगुरां दी पावन ਅੰਮ੍ਰਿਤਮਈ ਗੋਦ ਵਿੱਚ ਬੈਠ ਕੇ ਸਾਹਿਬਾਂ ਦੀ ਪਾਵਨ ਅੰਮ੍ਰਿਤ ਬਾਣੀ ਦਾ ਆਨੰਦ ਆਪ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਮਾਨ ਰਹੇ ਸੋ ਸਾਧ ਸੰਗਤ ਸਤਿਗੁਰ ਕੀ ਪਾਵਨ ਬਾਣੀ ਦੇ ਅੰਦਰੋਂ ਸਿੱਖ ਧਰਮ ਦੇ ਬਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਬਾਰਕ ਪਾਵਨ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ ਪਾਵਨ ਜਪ ਬਾਣੀ ਦੀ ਵਿਚਾਰ ਆਪ ਪਿਛਲੇ ਦਿਨਾਂ ਤੋਂ ਇਨ੍ਹਾਂ ਪਾਵਨ ਦੀਵਾਨਾਂ ਵਿੱਚ ਸਰਵਣ ਕਰ ਰਹੇ ਹੋ। ਵਿਚਾਰ ਅਧੀਨ ਪਾਵਨ ਪੌੜੀ ਜਪ ਬਾਣੀ ਦੇ ਅੰਦਰੋਂ ਤੀਜੀ ਪੌੜੀ ਆਪ ਜੀ ਨੇ ਬੜੇ ਪਿਆਰ ਔਰ ਬੜੀ ਇਕਾਗਰਤਾ ਦੇ ਨਾਲ ਸਰਵਣ ਕੀਤੀ ਹੈ। आओ इस पावन पौड़ी नूं समझण दा यतन गुरु की कृपा नाल आपां रल मिल के करना है। ਸਾਹਿਬਾਂ ਦੀ पावन बाणी की विचार आरंभ करन तो पहला करो कृपा सतगुरां दी बख्शी होई फतेह प्रवान करो जी। वाहिगुरु जी का खालसा वाहिगुरु जी की फतेह। धन साहिब श्री गुरु नानक देव पातशाह जी ने कृपा की है ਸਮੁੱਚੀ ਮਨੁੱਖਤਾ ਨੂੰ ਸਮੁੱਚੀ ਮਾਨਵਤਾ ਨੂੰ ਉਸ ਪਰਮਾਤਮਾ ਅਕਾਲ ਪੁਰਖ ਦੇ ਹੁਕਮ ਵਿੱਚ ਚੱਲਣ ਦੀ ਤਾਕੀਦ ਕੀਤੀ ਹੈ। ਇਉਂ ਕਹਿ ਲੋ ਸਾਧ ਸੰਗਤ ਜਪ ਬਾਣੀ ਜਿਹੜੀ ਹੈ ਇਹ ਸਾਨੂੰ ਪਰਿਪੂਰਨ ਪਰਮਾਤਮਾ ਦੇ ਹੁਕਮ ਦੀ ਸੋਝੀ ਬਖਸ਼ਦੀ ਹੈ ਕਿਉਂਕਿ ਸਤਿਗੁਰ ਕੀ ਪਾਵਨ ਬਾਣੀ ਦੇ ਇਹ ਅੰਮ੍ਰਿਤ ਬਚਨ ਆਪ ਸਮੁੱਚੀ ਬਾਣੀ ਨੂੰ ਪੜ੍ਹਦੇ ਹਾਂ। ਜੇ ਮੈਂ ਇਹ ਕਹਿ ਲਵਾਂ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਇੱਕ ਇੱਕ ਸ਼ਬਦ ਪੜ੍ਹਦੇ ਹਾਂ, ਇਸ ਪਾਵਨ ਪੰਕਤੀ ਨੂੰ ਚੇਤੇ ਵਿੱਚ ਜ਼ਰੂਰ ਰੱਖਣਾ ਹੈ ਜਿੱਥੇ ਸਤਿਗੁਰ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਪਰਮਾਤਮਾ ਦੇ ਹੁਕਮ ਵਿੱਚ ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਣਾ, ਇਉਂ ਕਹਿ ਲਓ ਵੀ ਪਰਮਾਤਮਾ ਦੇ ਬਣਾਏ ਹੋਏ ਨਿਯਮ ਦੇ ਵਿੱਚ ਜੀਵਨ ਜਿਉਣਾ। ਔਰ ਉਹ ਨਿਯਮ ਉਹ ਹੁਕਮ ਪਰਮਾਤਮਾ ਨੇ ਜਦੋਂ ਸ੍ਰਿਸ਼ਟੀ ਪੈਦਾ ਕੀਤੀ, ਜਿੱਥੇ ਉਹਨੇ ਦਾਤਾਂ ਸ੍ਰਿਸ਼ਟੀ ਦੇ ਅੰਦਰ ਇੱਕੋ ਵਾਰ ਪੈਦਾ ਕੀਤੀਆਂ ਨੇ, ਮਨੁੱਖ ਸਿਰਫ ਉਹਨਾਂ ਦਾਤਾਂ ਦੀ ਖੋਜ ਕਰਦਾ ਹੈ ਤੇ ਖੋਜ ਕੀਤੀਆਂ ਹੋਈਆਂ ਦਾਤਾਂ ਨੂੰ ਆਪਣੇ ਜੀਵਨ ਵਿੱਚ ਵਰਤਦਾ ਹੈ।
ਇਸੇ ਤਰ੍ਹਾਂ ਉਸ ਹੁਕਮੀ ਦਾ ਹੁਕਮ ਵੀ, ਉਸ ਕਰਤੇ ਦਾ ਹੁਕਮ ਵੀ ਉਸੇ ਦਿਨ ਤੋਂ ਇਸ ਸ੍ਰਿਸ਼ਟੀ ਦੇ ਅੰਦਰ ਇੱਕ ਬਰਾਬਰ ਸਭ ਜੀਆਂ ਤੇ ਲਾਗੂ ਹੋ ਗਿਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਿਸ ਬੰਦੇ ਨੂੰ ਸਤਿਗੁਰ ਦੇ ਹੁਕਮ ਦੀ ਸਮਝ ਆ ਗਈ, ਜਦੋਂ ਆਪਾਂ ਦੂਜੀ ਪੌੜੀ ਪੜ੍ਹੀ ਤੇ ਜਿੱਥੇ ਕੱਲ ਆਪਾਂ ਵਿਚਾਰਾਂ ਨੂੰ ਸੰਕੋਚਿਆ ਸੀ, ਉੱਥੇ ਮੇਰੇ ਸਾਹਿਬ ਨੇ ਪਾਵਨ ਬਚਨ ਕਹੇ ਕਿ ਨਾਨਕ ਹੁਕਮੈ ਜੇ ਬੂਝੈ, ਕਿ ਹੇ ਨਾਨਕ ਜੀ, ਜੇ ਤੂੰ ਹੁਕਮ ਨੂੰ ਬੂਝ ਲੈ, ਜੇ ਤੂੰ ਹੁਕਮ ਦੀ ਸਮਝ ਪ੍ਰਾਪਤ ਕਰ ਲਵੇਂ। ਔਰ ਪਹਿਲੀ ਪੰਕਤੀ ਵਿੱਚ ਸਤਿਗੁਰ ਨੇ ਕਿਹਾ ਸੀ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। ਸਤਿਗੁਰ ਜੀ, ਤੁਹਾਡੇ ਹੁਕਮ ਵਿੱਚ ਸਾਰੇ ਆਕਾਰ ਨੇ, ਪਰ ਇਹ ਹੁਕਮ ਕਿੰਨਾ ਕੁ ਵੱਡਾ ਹੈ, ਇਹ ਹੁਕਮ ਕਿੰਨਾ ਕੁ ਵਿਸ਼ਾਲ ਹੈ। ਜਾਂ ਇਉਂ ਕਹਿ ਲਓ ਵੀ ਇਸ ਹੁਕਮ ਦੀ ਅਖੀਰ ਤੱਕ ਜਿਹੜਾ ਪਹੁੰਚਣਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਉਹ ਮੇਰੇ ਸਤਿਗੁਰ ਜੀ ਸਾਡੇ ਵੱਸ ਦੀ ਗੱਲ ਨਹੀਂ। ਪਰ ਪਾਤਸ਼ਾਹ ਕਹਿੰਦੇ ਨੇ, ਜਿਹੜਾ ਹੁਕਮੀ ਦੇ ਹੁਕਮ ਦੇ ਵਿੱਚ ਚੱਲੇ ਤੇ ਹੁਕਮੀ ਦੇ ਹੁਕਮ ਦੇ ਵਿੱਚ ਚੱਲਦਿਆਂ ਜੇ ਕਿਤੇ ਉਹਨੂੰ ਹੁਕਮੀ ਦੇ ਹੁਕਮ ਦੀ ਥੋੜੀ ਜਿਹੀ ਵੀ ਸਮਝ ਆ ਜਾਏ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਹ ਮਨੁੱਖ ਫਿਰ ਆਪਣੇ ਅੰਦਰ ਕਦੀ ਹਉਮੈ ਨੂੰ ਪੈਦਾ ਨਹੀਂ ਹੋਣ ਦਿੰਦਾ। ਉਹ ਜੀਵਨ ਦੇ ਹਰ ਇੱਕ ਕਰਮ ਨੂੰ ਸਤਿਗੁਰ ਦੀ ਰਜ਼ਾ ਸਮਝ ਕੇ, ਪ੍ਰਮਾਤਮਾ ਦਾ ਹੁਕਮ ਸਮਝ ਕੇ ਆਪਣੇ ਜੀਵਨ ਵਿੱਚ ਵਰਤਦਾ ਤੇ ਕਰਦਾ। ਇਹਨੂੰ ਹੀ ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਇ। ਧਿਆਨ ਦੇਣਾ, ਕੋਈ ਵੀ ਦੁਨੀਆ ਦੀ ਚੀਜ਼ ਹਉਮੈ ਉਦੋਂ ਹੀ ਬਣਦੀ ਹੈ ਜਦੋਂ ਬੰਦਾ ਉਹਨੂੰ ਆਪਣੇ ਜੀਵਨ ਦੇ ਬਲ, ਆਪਣੀ ਤਾਕਤ ਨਾਲ ਪ੍ਰਾਪਤ ਕੀਤਾ ਹੋਇਆ ਸਮਝਦਾ ਹੈ। ਮੰਨ ਲਓ ਕੋਈ ਇਨਸਾਨ ਦੁਨੀਆ ਤੇ ਚੰਗੀ ਐਜੂਕੇਸ਼ਨ ਪ੍ਰਾਪਤ ਕਰ ਲੈਂਦਾ ਹੈ, ਚੰਗੀ ਵਿਦਿਆ ਹਾਸਲ ਕਰ ਲੈਂਦਾ ਹੈ, ਉਹਦਾ ਨਾਮਣਾ ਬੜਾ ਹੋ ਜਾਂਦਾ ਹੈ ਸੰਸਾਰ ਦੇ ਵਿੱਚ। ਜੇਕਰ ਉਹ ਉਸ ਅਵਸਥਾ ਦੇ ਵਿੱਚ ਪਹੁੰਚਿਆ ਹੋਇਆ ਬੰਦਾ, ਉਹ ਇਨਸਾਨ ਮਨ ਅੰਦਰ ਕਿਤੇ ਇਹ ਭਰਮ ਪੈਦਾ ਕਰ ਲੇ, ਇਹ ਖਿਆਲ ਪੈਦਾ ਕਰ ਲੇ ਵੀ ਇਹ ਸਭ ਕੁਝ ਮੈਂ ਆਪਣੀ ਮਿਹਨਤ ਦੇ ਨਾਲ, ਆਪਣੇ ਬਲ ਦੇ ਨਾਲ ਹਾਸਲ ਕੀਤਾ ਹੈ। ਪਰ ਜਿੱਥੇ ਆਪਣੀ ਮਿਹਨਤ ਤੇ ਆਪਣੇ ਬਲ ਨਾਲ ਹਾਸਲ ਕੀਤਾ ਹੈ, ਉੱਥੇ ਪ੍ਰਮਾਤਮਾ ਦੀ ਮੇਰੇ ਤੇ ਬੜੀ ਕਿਰਪਾ ਸੀ, ਕਿਉਂਕਿ ਇਹ ਬਲ, ਇਹ ਤਾਕਤ, ਇਹ ਸਭ ਕੁਝ ਮੈਂ ਤਾਂ ਹੀ ਜੀਵਨ ਦੇ ਵਿੱਚ ਕਰ ਸਕਿਆ, ਉਹਦੀ ਕਿਰਪਾ, ਉਹਦੀ ਬਖਸ਼ਿਸ਼ ਮੇਰੇ ਨਾਲ ਸੀ। ਨਹੀਂ ਤੇ ਮੇਰੇ ਵਰਗੇ ਤੇ ਹੋਰ ਵੀ ਬੜੇ ਸੀ ਕਲਾਸ ਵਿੱਚ ਬੈਠੇ ਹੋਏ, ਨਹੀਂ ਤੇ ਮੇਰੇ ਵਰਗੇ ਤੇ ਮੇਰੀ ਕਲਾਸ ਦੇ ਵਿੱਚ ਹੋਰ ਵੀ 50 ਸਟੂਡੈਂਟ ਸਨ ਜਿਨ੍ਹਾਂ ਨੇ ਮੇਰੇ ਨਾਲ ਸਟੱਡੀ ਕੀਤੀ ਹੈ, ਜਿਨ੍ਹਾਂ ਮੇਰੇ ਨਾਲ ਪੜ੍ਹਾਈ ਕੀਤੀ। ਸਾਨੂੰ ਪੜ੍ਹਾਉਣ ਵਾਲਾ ਵੀ ਕੋਈ ਟੀਚਰ ਸੀ, ਪਰ ਉਸ ਕਰਤੇ ਨੇ ਮੇਰੀ ਮੱਤ ਵਿੱਚ ਕੁਝ ਇਹੋ ਜਿਹੀ ਦਾਤ ਮੇਰੇ ਅੰਦਰ ਪੈਦਾ ਕੀਤੀ ਸੀ, ਮੈਨੂੰ ਇੰਨੀ ਸ਼ਾਰਪ ਬੁੱਧ ਦਿੱਤੀ, ਇੰਨੀ ਚੰਗੀ ਮੱਤ ਦਿੱਤੀ ਕਿ ਮੈਂ ਉਸ ਗਿਆਨ ਨੂੰ ਬੜੀ ਛੇਤੀ ਆਪਣੇ ਅੰਦਰ ਵਸਾਉਣ ਲੱਗ ਪਿਆ। ਉਹ ਗਿਆਨ ਮੇਰੇ ਅੰਦਰ ਟਿਕਣ ਲੱਗ ਪਿਆ ਤੇ ਅੱਜ ਉਹਦੀ ਬਦੌਲਤ ਮੈਂ ਇੱਥੇ ਪਹੁੰਚ ਗਿਆ। ਉਹਦੇ ਲਈ ਗਿਆਨ ਵੀ ਪ੍ਰਮਾਤਮਾ ਦਾ ਹੁਕਮ ਬਣ ਜਾਏਗਾ। ਤੇ ਜਿਹੜਾ ਬੰਦਾ ਇਹ ਆਖੇ ਵੀ ਨਹੀਂ ਮੈਂ ਆਪਣੇ ਬਲ ਨਾਲ ਲਿਆ ਹੈ, ਮੇਰੇ ਕੋਲੋਂ ਆਪਣੀ ਤਾਕਤ ਦੇ ਵਿੱਚ ਪ੍ਰਮਾਤਮਾ ਦੀ ਬਖਸ਼ਿਸ਼ ਰਹਿਮਤ ਕਿੱਥੇ ਆਈ, ਮੈਂ ਰਾਤ ਪਰ ਜਾਗਿਆ ਭਾਈ। ਪਰ ਸਤਿਗੁਰ ਕਹਿੰਦੇ ਨੇ ਤੂੰ ਰਾਤ ਪਰ ਜਾਗਿਆ ਜ਼ਰੂਰ ਹੈ, ਇਹ ਤੇਰੇ ਆਪਣੇ ਅੰਦਰ ਦਾ ਬਲ ਹੈ, ਆਪਣੇ ਅੰਦਰ ਦੀ ਤੇਰੀ ਘਾਲਣਾ ਸੀ। ਪਰ ਇੱਕ ਗੱਲ ਚੇਤੇ ਰੱਖ, ਇਸ ਘਾਲਣਾ ਦੇ ਨਾਲ ਬਖਸ਼ਿਸ਼ ਉਸ ਪ੍ਰਮਾਤਮਾ ਦੀ ਵੀ ਸੀ ਜਿਨੇ ਤੇਰੇ ਅੰਦਰ ਇਹ ਉਦਮ ਪੈਦਾ ਕਰਨ ਦੀ ਸੋਝੀ ਪੈਦਾ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਰਤੇ ਦੀ ਵਡਿਆਈ ਨੂੰ ਕਦੀ ਆਪਣੇ ਜੀਵਨ ਵਿੱਚੋਂ ਵਿਸਾਰਨਾ। ਜਦੋਂ ਨਹੀਂ ਵਿਸਾਰੇਗਾ ਤੇ ਸਤਿਗੁਰ ਕਹਿੰਦੇ ਨੇ ਫਿਰ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਤੇਰੇ ਜੀਵਨ ਦੇ ਵਿੱਚ ਹੰਕਾਰ ਨਹੀਂ ਬਣਨਗੀਆਂ। ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਸਾਹਿਬ ਕਹਿੰਦੇ ਨੇ ਗਾਵੇ ਕੋ ਤਾਨ ਹੋਵੇ ਕਿਸੈ ਤਾਨ। ਸ਼ਬਦ ਇੱਥੇ ਗਾਵੇ ਹੈ। ਸਾਧ ਸੰਗਤ ਖਾਸ ਕਰਕੇ ਬਾਣੀ ਨੂੰ ਪੜ੍ਹਦੇ ਹਾਂ ਜਿੱਥੇ ਦੁਲਾਵਾਂ ਤੇ ਲਾਂ ਜਾਂ ਫਿਰ ਸਿਹਾਰੀ ਤੇ ਬਿਹਾਰੀ, ਔਂਕੜ ਤੇ ਦੁਲੰਕੜ, ਇਹਨਾਂ ਚੀਜ਼ਾਂ ਦਾ ਜਦੋਂ ਉਚਾਰਨ ਹੁੰਦਾ ਹੈ, ਇਸ ਕਰਕੇ ਮੈਂ ਬੜੀ ਬੇਨਤੀ ਕਰਨਾ ਹੁੰਨਾ, ਇਹ ਉਹਨਾਂ ਬੰਦਿਆਂ ਨੂੰ ਸਮਝ ਵਿੱਚ ਆਉਂਦੀ ਜਿਨ੍ਹਾਂ ਪੰਜਾਬੀ ਦੀ ਮੁਹਾਰ ਨਹੀਂ ਸਿੱਖੀ ਹੋਵੇ। ਇੱਥੇ ਸ਼ਬਦ ਹੈ ਗਾਵੇ।
ਗਾਉਂਦਾ ਹੈ। ਕੋ ਦਾ ਮਤਲਬ ਹੈ ਕੋਈ। ਧਿਆਨ ਦੇਣਾ, ਬਾਣੀ ਵਿੱਚ ਕੋ ਸ਼ਬਦ ਹੋਰ ਵੀ ਅਰਥਾਂ ਦੇ ਵਿੱਚ ਆਇਆ ਹੈ। ਇੱਥੇ ਕੋ ਦਾ ਮਤਲਬ ਹੈ ਕੋਈ, ਤਾਨ ਦਾ ਮਤਲਬ ਹੈ ਬਲ। ਹੋਵੇ ਕਿਸੈ ਤਾਨ, ਇੱਥੇ ਹੋਵੇ ਵਾਵੇ ਦੇ ਉੱਤੇ ਦੁਲਾਵਾਂ ਨੇ, ਕਿਸੈ ਸੱਸੇ ਦੇ ਉੱਤੇ ਦੁਲਾਵਾਂ ਨੇ, ਤਾਨ ਬਲ। ਸਤਿਗੁਰ ਕਹਿੰਦੇ ਨੇ ਮੇਰੇ ਮਾਲਕ ਜੀ, ਜਿਹਨੂੰ ਤੂੰ ਬਲ ਦਿੱਤਾ, ਜਿਨੇ ਤੇਰੇ ਹੁਕਮ ਨੂੰ ਥੋੜਾ ਬਹੁਤ ਆਪਣੇ ਜੀਵਨ ਵਿੱਚ ਸਮਝ ਲਿਆ, ਗਾਵੇ ਕੋ ਤਾਨ, ਉਹ ਫਿਰ ਤੇਰੇ ਦਿੱਤੇ ਹੋਏ ਬਲ ਦੇ ਨਾਲ, ਤੇਰੀ ਦਿੱਤੀ ਹੋਈ ਤਾਕਤ ਦੇ ਨਾਲ ਉਹ ਫਿਰ ਤੇਰੇ ਗੁਣਾਂ ਨੂੰ ਗਾਉਂਦਾ ਹੈ। ਫਿਰ ਦੁਬਾਰਾ ਪੰਕਤੀ ਦੇ ਅਰਥ ਸਮਝਣਾ, ਹੋਵੇ ਕਿਸੈ ਤਾਨ, ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਈ। ਸਤਿਗੁਰ ਕਹਿੰਦੇ ਨੇ ਉਹਦੇ ਹੁਕਮ ਦਾ ਕੋਈ ਪਾਰ ਦਾ ਬੰਨਾ ਨਹੀਂ, ਪਰ ਜਦੋਂ ਕੋਈ ਉਹਦੇ ਹੁਕਮ ਨਾਲ ਜੁੜ ਕੇ ਉਹਦੇ ਹੁਕਮ ਨੂੰ ਬੂਝ ਲੈਂਦਾ ਹੈ, ਉਹਦੇ ਹੁਕਮ ਨੂੰ ਆਪਣੇ ਜੀਵਨ ਵਿੱਚ ਥੋੜਾ ਬਹੁਤਾ ਸਮਝ ਲੈਂਦਾ ਹੈ, ਸਤਿਗੁਰ ਕਹਿੰਦੇ ਨੇ ਫਿਰ ਉਹ ਉਹਦੇ ਦਿੱਤੇ ਹੋਏ ਇਸ ਤਾਨ, ਇਸ ਬਲ ਦੇ ਨਾਲ ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਹ ਪਰਮਾਤਮਾ ਦੀ ਵਡਿਆਈ ਕਰਦਾ, ਰੱਬ ਜੀ ਦੀ ਉਸਤਤ ਕਰਦਾ। ਗਾਵੇ ਕੋ ਤਾਨ, ਹੋਵੇ ਕਿਸੈ ਤਾਨ। ਜੇ ਕਿਸੇ ਦੇ ਤੂੰ ਤਾਨ ਦਿੱਤਾ ਹੈ, ਜੇ ਕਿਸੇ ਨੂੰ ਤੂੰ ਬਲ ਦਿੱਤਾ ਹੈ, ਉਹ ਤੇਰੇ ਤਾਨ ਤੇਰੇ ਬਲ ਦੇ ਸਦਕਾ ਰੱਬ ਜੀ ਤੇਰੀ ਵਡਿਆਈ, ਤੇਰੇ ਤਾਨ ਤੇਰੇ ਬਲ ਨੂੰ ਗਾਉਂਦਾ ਹੈ। ਸਤਿਗੁਰ ਕੀ ਪਾਵਨ ਬਾਣੀ ਵਿੱਚੋਂ ਇਸ ਇੱਕ ਪੰਕਤੀ ਨੂੰ, ਤਾਨ ਨੂੰ ਸਮਝਣ ਦਾ ਯਤਨ ਕਰੀਏ ਵੀ ਕਿਵੇਂ। ਵੇਖੋ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਤੂੰ ਬੇਅੰਤ ਬਖਸ਼ਿਸ਼ਾਂ ਦਾ ਭੰਡਾਰ ਹੈ। ਜਦੋਂ ਮੈਂ ਕੁਦਰਤ ਵਿੱਚ ਤੇਰੇ ਪਸਾਰੇ ਨੂੰ ਵੇਖਦਾ, ਤੇਰੀਆਂ ਬਖਸ਼ਿਸ਼ਾਂ ਨੂੰ ਵੇਖਣਾ, ਤੇ ਪਾਤਸ਼ਾਹ ਜੀ ਕਹਿੰਦੇ ਨੇ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਸਤਿਗੁਰ ਤੂੰ ਖਿਣ ਵਿੱਚ ਕਿਸੇ ਧਰਤੀ ਦੇ ਉੱਪਰ, ਭਾਵ ਇੱਕ ਇੰਨੀ ਗਰੀਬੀ ਵਿੱਚ ਜੀਣ ਵਾਲੇ ਬੰਦੇ ਨੂੰ ਤੂੰ ਅਸਮਾਨ ਦੀਆਂ ਉਚਾਈਆਂ ਵਿੱਚ ਪਹੁੰਚਾ ਦੇਣਾ ਹੈ, ਤੇ ਕਦੀ ਉਸ ਅਸਮਾਨ ਦੀਆਂ ਉਚਾਈਆਂ ਵਿੱਚ ਇੰਨੀ ਉੱਚੀ ਪ੍ਰਭਤਾ ਦਾ ਮਾਲਕ ਤੂੰ ਖਿਣ ਵੀ ਨਹੀਂ ਲਾਂਦਾ ਮੇਰੇ ਸਤਿਗੁਰ ਜੀ। ਉਹ ਧਰਤੀ ਤੇ ਮੁੱਦੜੇ ਮੂੰਹ ਡਿੱਗਦਾ ਹੈ। ਇਹ ਹੈ ਪ੍ਰਮਾਤਮਾ ਦਾ ਤਾਨ। ਧਿਆਨ ਦੇਣਾ, ਗਾਵੇ ਕੋ ਤਾਨ, ਹੋਵੇ ਕਿਸੈ ਤਾਨ। ਇਹ ਇਸ ਗੱਲ ਨੂੰ ਹਰ ਬੰਦਾ ਨਹੀਂ ਸਮਝ ਸਕਦਾ ਸਾਧ ਸੰਗਤ ਜੀ ਆਪਣੇ ਜੀਵਨ ਵਿੱਚ। ਨਹੀਂ ਤੇ ਇਨਸਾਨ ਕਿਸੇ ਦੀ ਵਡਿਆਈ ਨੂੰ ਵੇਖ ਕੇ ਈਰਸ਼ਾ ਕਰਦਾ ਹੈ, ਤੇ ਕਿਸੇ ਦੀ ਵਡਿਆਈ ਜਿਸ ਦਿਨ ਧਰਾਤਲ ਤੇ ਆਉਂਦੀ ਹੈ, ਥੱਲੇ ਡਿੱਗਦਾ ਹੈ ਬੰਦਾ ਉਹਨੂੰ ਵੇਖ ਕੇ ਹੱਸਦਾ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੇ ਮਾਲਕ, ਜਿਹਨੂੰ ਤੂੰ ਤਾਣ ਦਿੱਤਾ, ਜਿਹਨੂੰ ਤੂੰ ਬਲ ਦਿੱਤਾ, ਉਹਨੇ ਤੇਰੇ ਬਲ ਦੇ ਨਾਲ ਤੇਰੇ ਤਾਣ ਨੂੰ, ਤੇਰੇ ਬਲ ਨੂੰ ਗਾਵਿਆ। ਉਹਨੂੰ ਸਮਝ ਆ ਗਈ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਦਾਰੀ। ਤੂੰ ਖਲ ਦਾ ਭਾਵ ਹੁੰਦਾ ਮੂਰਖ ਬੰਦੇ ਨੂੰ ਸਤਿਗੁਰ ਤੂੰ ਖਿੰਨ ਵਿੱਚ ਖਲ ਮੂਰਖ ਕੋ ਪੰਡਤ ਕਰਬੋ, ਤੂੰ ਵਿਦਵਾਨ ਬਣਾ ਸਕਨੇ। ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਸਤਿਗੁਰਾਂ ਦਾ ਜੀਵਨ ਆਪਾਂ ਸਾਰੇ ਪੜ੍ਹਨੇ ਆ। ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੂੰ ਪੰਡਤ ਲਾਲ ਚੰਦ ਨੇ ਇਹੀ ਬਚਨ ਕਹੇ ਸਨ ਵੀ ਨਾਮ ਹਰਿ ਕ੍ਰਿਸ਼ਨ ਰੱਖਿਆ, ਤੇ ਸਾਡੇ ਸ਼੍ਰੀ ਕ੍ਰਿਸ਼ਨ ਨੇ ਗੀਤਾ ਦਾ ਉਚਾਰਨ ਕੀਤਾ ਸੀ, ਤੇ ਇਹ ਛੋਟੀ ਜੀ ਉਮਰ ਦਾ ਬਾਲਕ ਸ਼ੰਕਾ ਕਰ ਲਿਆ ਨਾ ਗੁਰੂ ਤੇ, ਕਿਉਂਕਿ ਤਾਨ ਨਹੀਂ ਸੀ ਸਤਿਗੁਰ ਦਾ, ਬਲ ਨਹੀਂ ਸੀ ਦਿੱਤਾ ਹੋਇਆ। ਆਪਣੀ ਪ੍ਰਭਤਾ, ਆਪਣੀ ਵਡਿਆਈ, ਆਪਣੇ ਗਿਆਨ ਤੇ ਹੰਕਾਰ ਕਰਕੇ ਕਹਿੰਦਾ ਹੈ ਵੀ ਇੰਨੀ ਛੋਟੀ ਉਮਰ ਦਾ ਗੁਰੂ ਕਿਵੇਂ ਹੋ ਸਕਦਾ ਹੈ। ਪਰ ਧਿਆਨ ਦੇਣਾ, ਗੁਰੂ ਜੋਤ ਜਿਹੜੀ ਹੈ ਉਹ ਸਰੀਰ ਕਿੰਨਾ ਵੱਡਾ ਹੈ, ਸਰੀਰ ਦੀ ਲੰਬਾਈ ਚੌੜਾਈ ਜਾਂ ਉਮਰ ਦੀ ਮੁਹਤਾਜ ਨਹੀਂ ਹੁੰਦੀ। ਜੋਤ ਤੇ ਜੋਤ ਹੈ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਚਰ ਚਿੰਟੀ ਭਾਜਨ ਹੈ ਬੋ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਪਾਤਸ਼ਾਹ ਕਹਿੰਦੇ ਨੇ ਕੀੜੇ ਦੇ ਅੰਦਰ ਵੀ ਏ, ਹਾਥੀ ਦੇ ਅੰਦਰ ਵੀ ਏ। ਹੁਣ ਕੀੜੇ ਤੇ ਹਾਥੀ ਦੋਨਾਂ ਨੂੰ ਜੇ ਤੁਸੀਂ ਕੰਪੇਅਰ ਕਰੋ ਤੇ ਧਿਆਨ ਦੇਣਾ, ਕੀੜਾ ਕੀ ਹੈ? ਕੁਝ ਵੀ ਨਹੀਂ ਹਾਥੀ ਦੇ ਸਾਹਮਣੇ। ਪਰ ਸਤਿਗੁਰ ਕਹਿੰਦੇ ਨੇ ਕੀੜੇ ਦੇ ਅੰਦਰ ਵੀ ਜੋਤ ਹੁੰਦੀ ਹੈ ਤੇ ਹਾਥੀ ਦੇ ਅੰਦਰ ਵੀ ਜੋਤ ਹੁੰਦੀ ਹੈ।
ਪੰਡਤ ਲਾਲ ਚੰਦ ਨੇ ਸ਼ੰਕਾ ਕੀਤਾ ਤੇ ਕਿਹਾ ਵੀ ਜੇ ਤੁਸੀਂ ਗੀਤਾ ਦੇ ਅਰਥ ਕਰਦੇ ਹੋ, ਤੇ ਸਾਹਿਬ ਕਹਿੰਦੇ ਨੇ ਜੇ ਅਸੀਂ ਅਰਥ ਕਰ ਦਿੱਤੇ ਤੇ ਤੂੰ ਫਿਰ ਸ਼ੰਕੇ ਵਿੱਚ ਰਹਿਣਾ ਹੈ। ਤੂੰ ਇੰਜ ਕਰ, ਤੇਰੇ ਅੰਦਰ ਦਾ ਹੰਕਾਰ ਤਾਂ ਟੁੱਟੇਗਾ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਨੇ ਜੇ ਤੂੰ ਆਪਣੇ ਪਿੰਡ ਵਿੱਚੋਂ ਹੀ ਕਿਸੇ ਨੂੰ ਲੈ ਆਵੇਂ, ਉਹ ਛੱਜੂ ਝਿਓਰ ਨੂੰ ਲਿਆ ਕੇ ਖੜਾ ਕਰ ਦਿੰਦਾ ਹੈ, ਜਿਹਨੂੰ ਉਹ ਬੜਾ ਮੂਰਖ ਸਮਝਦਾ ਸੀ, ਬੜਾ ਨਾ ਸਮਝ ਜਾਣਦਾ ਸੀ। ਪਰ ਜਦੋਂ ਗੀਤਾ ਦੇ ਉਹਨੇ ਸ਼ਲੋਕ ਪੜ੍ਹਿਆ ਤੇ ਛੱਜੂ ਝਿਓਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਸ ਸ਼ਲੋਕ ਨੂੰ, ਉਹਦੇ ਅਰਥ ਛੱਜੂ ਝਿਓਰ ਜਿਹੜਾ ਉਹ ਪੰਡਤ ਲਾਲ ਚੰਦ ਦੇ ਸਾਹਮਣੇ ਕਰਕੇ ਦਿਖਾ ਦਿੰਦਾ ਹੈ। ਮੇਰੇ ਸਤਿਗੁਰੂ ਜੀ ਕਹਿੰਦੇ ਨੇ ਤੇਰੇ ਤਾਣ ਨੂੰ ਉਹ ਗਾਉਂਦਾ ਹੈ ਜਿਹਨੂੰ ਤੂੰ ਤਾਣ ਦਿੱਤਾ ਹੈ, ਜਿਹਨੂੰ ਸਮਝ ਆ ਗਈ ਤੇਰੇ ਹੁਕਮ ਦੀ। ਧਿਆਨ ਦੇਣਾ, ਦੁਨੀਆ ਦੇ ਅੰਦਰ ਬੇਅੰਤ ਲੋਕ ਨੇ ਪ੍ਰਮਾਤਮਾ ਦੀ ਕੁਦਰਤ ਵਿੱਚ, ਪਰ ਸੱਚ ਇਹ ਹੈ ਪ੍ਰਮਾਤਮਾ ਦੇ ਤਾਣ, ਪ੍ਰਮਾਤਮਾ ਦੇ ਬਲ ਨੂੰ ਵੇਖ ਕੇ ਹੀ ਪ੍ਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ। ਕਦੀ ਸੰਸਾਰ ਵਿੱਚ ਪਰਲੋ ਆ ਜਾਣੀ, ਕਦੀ ਸੰਸਾਰ ਵਿੱਚ ਫਲੱਡ ਆ ਜਾਣੇ, ਕਦੀ ਸੰਸਾਰ ਦੇ ਵਿੱਚ ਹੋਰ ਅਨੇਕਾਂ ਜਿਹੜੀਆਂ ਵਿਪਦਾਵਾਂ ਨੇ, ਜਿਹੜੀਆਂ ਨੈਚੁਰਲ ਕੁਦਰਤੀ ਤੌਰ ਤੇ ਸਮਾਜ ਵਿੱਚ ਵਾਪਰਦੀਆਂ ਨੇ। ਬੰਦਾ ਜਦੋਂ ਉਹਨਾਂ ਚੀਜ਼ਾਂ ਨੂੰ ਵੇਖਦਾ ਹੈ, ਇਹਨੂੰ ਪ੍ਰਮਾਤਮਾ ਦਾ ਬਲ ਚੇਤੇ ਆ ਜਾਂਦਾ ਵੀ ਪ੍ਰਮਾਤਮਾ ਕੀ ਕਰ ਸਕਦਾ ਹੈ। ਸਤਿਗੁਰ ਕੀ ਪਾਵਨ ਬਾਣੀ ਵਿੱਚ ਇੱਕ ਪੰਕਤੀ ਆਪ ਪੜ੍ਹਦੇ ਹੋ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਖਿਆਲ ਹੈ। ਪਾਤਸ਼ਾਹ ਜੀ ਕਹਿੰਦੇ ਨੇ ਵੇਖੋ ਪ੍ਰਮਾਤਮਾ ਦੀ ਬਖਸ਼ਿਸ਼ ਹੈ, ਸ਼ੀਹਾਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਘਾਹ, ਘਾਹ ਖਾਣ ਤਿਨਾ ਮਾਸ ਖਵਾਲੇ, ਇਹ ਦਸਾਇਰਾ ਗਾਵੇ ਕੁਤਾਨ ਹੋਵੇ ਕਿ ਸ਼ੈਤਾਨ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਤੇਰੇ ਤਾਨ, ਤੇਰੇ ਬਲ ਨਾਲ ਤੈਨੂੰ ਕੋਈ ਗਾਉਂਦਾ ਹੈ, ਤੇ ਜਿੰਦੇ ਅੰਦਰ ਤੇਰਾ ਬਲ ਟਿਕ ਜਾਂਦਾ ਹੈ, ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜੀਵਨ ਦੀ ਹਰ ਕੰਡੀਸ਼ਨ ਵਿੱਚੋਂ ਤੈਨੂੰ ਚੇਤੇ ਕਰਦਾ ਹੈ। ਬਾਬਾ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ। ਕਬੀਰ ਜੀ ਕਹਿੰਦੇ ਨੇ ਮੈਨੂੰ ਪੋਟਲੀ ਦੀ ਤਰ੍ਹਾਂ ਬੰਨ ਕੇ ਹੱਥ ਵੀ ਬੰਨ ਦਿੱਤੇ, ਪੈਰ ਵੀ ਬੰਨ ਦਿੱਤੇ, ਮੈਨੂੰ ਹਾਥੀ ਦੇ ਸਾਹਮਣੇ ਸੁੱਟ ਦਿੱਤਾ, ਕਿਉਂਕਿ ਰਾਜੇ ਦਾ ਹੁਕਮ ਸੀ, ਬਾਦਸ਼ਾਹ ਦਾ ਹੁਕਮ ਸੀ। ਔਰ ਚੁਗਲੀਆਂ ਇਹ ਕੀਤੀਆਂ ਗਈਆਂ ਵੀ ਕਬੀਰ ਸਾਡੇ ਧਰਮ ਦੇ ਬਾਬਤ ਮਾੜਾ ਕਹਿੰਦਾ, ਸ਼ੂਦਰ ਹੋ ਕੇ ਇਹਨੂੰ ਧਰਮ ਦੀ ਗੱਲ ਕਰਨ ਦੀ ਇਜਾਜ਼ਤ ਨਹੀਂ। ਪਰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮਹਾਵਤ ਨੂੰ ਕਿਹਾ ਜਾਂਦਾ ਹੈ, ਮਹਾਵਤ ਹਾਥੀ ਨੂੰ ਤੋੜ, ਕਬੀਰ ਨੂੰ ਹਾਥੀ ਦੇ ਪੈਰਾਂ ਦੇ ਥੱਲੇ ਕੁਚਲ ਦੇ। ਪਰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਾਜੀ ਬਕਬੋ ਹਸਤੀ ਤੋੜ, ਕਾਜੀ ਕਹਿੰਦਾ ਹੈ ਮਹਾਵਤ ਨੂੰ ਹਾਥੀ ਨੂੰ ਤੋੜ, ਪਰ ਪਾਤਸ਼ਾਹ ਜੀ ਕਹਿੰਦੇ ਨੇ ਕਾਜੀ ਬਕਬੋ ਹਸਤੀ ਤੋੜ। ਪਰ ਜਿਹੜਾ ਹਾਥੀ ਉਹ ਅੱਗੇ ਕਦਮ ਨਹੀਂ ਪੁੱਟਦਾ, ਉਹ ਆਪਣਾ ਸਿਰ ਨਿਵਾ ਕੇ ਧਰਤੀ ਦੇ ਉੱਪਰ ਅਗਲੇ ਪੈਰ ਗੋਡੇ ਮੂਧੇ ਮਾਰ ਕੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਅੱਗੇ ਮਾਨੋ ਨਮਸਕਾਰ ਕਰਕੇ ਕਹਿੰਦਾ ਏ, ਕਹਿੰਦੇ ਵਾਹ ਮੇਰੇ ਠਾਕੁਰ ਤੁਮਰਾ ਜੋਰ। ਮੇਰੇ ਸਤਿਗੁਰ ਜੀ ਇਹ ਤੇਰਾ ਜੋਰ, ਤੇਰਾ ਬਲ ਏ। ਜੋਰ ਦਾ ਮਤਲਬ ਬਲ, ਤਾਣ ਦਾ ਮਤਲਬ ਬਲ। ਹੁਣ ਸਤਿਗੁਰ ਕਹਿੰਦੇ ਨੇ ਇੱਕ ਪਾਸੇ ਮਹਾਵਤ ਏ, ਇੱਕ ਪਾਸੇ ਕਾਜੀ ਏ, ਇੱਕ ਪਾਸੇ ਬਾਦਸ਼ਾਹ ਹੈ, ਜਿਹੜੇ ਸਾਰੇ ਆਪਣੇ ਆਪਣੇ ਤਾਣ ਤੇ ਬਲ ਵਿੱਚ ਪ੍ਰਮਾਤਮਾ ਦੀ ਵਡਿਆਈ ਬਲ ਨੂੰ ਭੁੱਲੇ ਹੋਏ ਨੇ। ਇੱਕ ਪਾਸੇ ਬਾਬਾ ਕਬੀਰ ਸਾਹਿਬ ਜੀ ਉਹ ਕਹਿੰਦੇ ਸਤਿਗੁਰੂ ਮੈਨੂੰ ਤੇਰੇ ਤੇ ਭਰੋਸਾ ਹੈ, ਤੇਰੇ ਤੇ ਅਕੀਦਾ ਹੈ, ਤੇਰੇ ਤੇ ਵਿਸ਼ਵਾਸ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇਹਨਾਂ ਬਲਵਾਨ ਹਾਥੀ, ਪਰ ਪ੍ਰਮਾਤਮਾ ਜੀ ਤੂੰ ਉਹਦੇ ਅੰਦਰ ਵੀ ਇਹ ਸਮੱਤ ਟਿਕਾ ਦਿੱਤੀ। ਉਹ ਮੇਰੇ ਉੱਪਰ ਆਪਣਾ ਪੈਰ ਰੱਖਣ ਦੀ ਬਜਾਏ ਮੈਨੂੰ ਝੁਕ ਝੁਕ ਕੇ ਸਲਾਮਾਂ ਕਰਦਾ ਪਿਆ। ਕਿਉਂ? ਮੇਰੇ ਸਤਿਗੁਰ ਕਹਿੰਦੇ ਨੇ ਕਿਉਂਕਿ ਸਤਿਗੁਰ ਜੀ ਇਹ ਤੇਰਾ ਤਾਣ ਹੈ, ਇਹ ਤੇਰਾ ਬਲ ਹੈ। ਕੋਈ ਤੈਨੂੰ ਤਾਂ ਗਾਉਂਦਾ ਹੈ, ਗਾਵੇ ਕੋ ਤਾਨ ਹੋਵੇ ਕਿਸੈ ਤਾਨ। ਫਿਰ ਪਾਤਸ਼ਾਹ ਕਹਿੰਦੇ ਨੇ ਗਾਵੇ ਕੋ ਦਾਤ ਜਾਣੇ ਨਿਸ਼ਾਨ। ਕੋਈ ਤੇਰੀਆਂ ਦਿੱਤੀਆਂ ਦਾਤਾਂ ਨੂੰ, ਜਿਹੜੀਆਂ ਦਾਤਾਂ ਨੂੰ ਉਹ ਆਪਣੇ ਜੀਵਨ ਦੇ ਵਿੱਚ ਨਿਸ਼ਾਨ ਸਮਝ ਕੇ ਵਰਤਦੇ ਨੇ। ਧਿਆਨ ਦੇਣਾ ਤੇ ਸ਼ਬਦ ਨਿਸ਼ਾਨ ਹੈ, ਨਿਸ਼ਾਨ ਸ਼ਬਦ ਨਹੀਂ, ਨੰਨੇ ਨਾਲ ਨਹੀਂ, ਨਾਣੇ ਨਾਲ। ਗਾਵੇ ਕੋ ਦਾਤ ਜਾਣੇ, ਜਾਣੇ ਦਾ ਮਤਲਬ ਜਾਣਦੇ ਹਨ, ਨਿਸ਼ਾਨ ਦਾ ਮਤਲਬ ਹੈ ਨਿਸ਼ਾਨੀ। ਸਤਿਗੁਰ ਕੋਈ ਤੈਨੂੰ ਯਾਦ ਕਰਦਾ, ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਤੇਰੀ ਨਿਸ਼ਾਨੀ ਸਮਝ ਕੇ ਉਹ ਤੈਨੂੰ ਯਾਦ ਕਰਦਾ, ਉਹ ਤੈਨੂੰ ਚੇਤੇ ਕਰਦਾ। ਉਹ ਕਿੱਡਾ ਵੱਡਾ ਦਾਤਾ ਹੈ। ਵੇਖੋ ਸੰਸਾਰ ਦੇ ਅੰਦਰ ਹਰ ਜੀਵ ਨੂੰ ਪ੍ਰਮਾਤਮਾ ਨੇ ਦਾਤਾਂ ਦਿੱਤੀਆਂ ਨੇ, ਪਰ ਇੱਕ ਮਨੁੱਖ ਐਸਾ ਜੀਵ ਇਸ ਧਰਤੀ ਤੇ
ਜਿਹੜਾ ਰੱਬ ਕੋਲੋਂ ਦਾਤਾਂ ਲੈ ਕੇ ਵਰਤਦਾ ਵੀ ਹੈ ਪਰ ਕਦੀ ਉਹਨੂੰ ਚੇਤੇ ਨਹੀਂ ਕਰਦਾ। ਪਰ ਸਤਿਗੁਰ ਕਹਿੰਦੇ ਨੇ ਦਾਤਾਂ ਦਾਤੇ ਦੀਆਂ ਨੇ, ਕਰਤੇ ਦੀਆਂ ਨੇ। ਇਹ ਪ੍ਰਮਾਤਮਾ ਦੀ ਨਿਸ਼ਾਨੀ ਹੈ। ਧਿਆਨ ਦੇਣਾ, ਕਦੀ ਦਾਤਾਂ ਵਰਤਦਿਆਂ ਹੋਇਆਂ ਇਹਨੂੰ ਦਾਤੇ ਦੀ ਨਿਸ਼ਾਨੀ ਸਮਝ ਕੇ ਤੇ ਦਾਤੇ ਨੂੰ ਯਾਦ ਕਰ ਲਈਏ। ਆਪ ਸਿਆਣੇ ਸੱਜਣ ਬੈਠੇ ਹੋ, ਸੁਖਮਨੀ ਸਾਹਿਬ ਜੀ ਦੀ ਬਾਣੀ ਮੇਰੀਆਂ ਮਾਤਾਵਾਂ ਭੈਣਾਂ ਬੈਠੀਆਂ ਨੇ, ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਆਪ ਸਾਰੇ ਪੜ੍ਹਦੇ ਹੋ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ ਨੇ, ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧਤ ਤਨ ਲਾਵੇਂ ਤਿਸ ਕੋ ਸਿਮਰਤ ਪਰਮ ਗਤ ਪਾਵੇਂ, ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨੇ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ। ਪਾਤਸ਼ਾਹ ਕਹਿੰਦੇ ਨੇ, ਜਿੰਦੀ ਕਿਰਪਾ ਦੇ ਨਾਲ ਜੀਵਨ ਦੇ ਵਿੱਚ ਉਹਦੀਆਂ ਦਾਤਾਂ ਨੂੰ ਵਰਤਦਾ ਹੈ, ਉਸ ਦਾਤੇ ਦੀਆਂ ਦਾਤਾਂ ਨੂੰ ਵੇਖ ਕੇ, ਉਸ ਦਾਤੇ ਦੀਆਂ ਦਾਤਾਂ ਨੂੰ ਵਰਤਦਿਆਂ ਹੋਇਆਂ ਉਸ ਦਾਤੇ ਪ੍ਰਮਾਤਮਾ ਰੱਬ ਜੀ ਨੂੰ ਗਾ, ਉਹਨੂੰ ਚੇਤੇ ਕਰ, ਉਹਦੀਆਂ ਵਡਿਆਈਆਂ, ਉਹਦੇ ਗੁਣਾਂ ਨੂੰ ਯਾਦ ਕਰ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ। ਸਤਿਗੁਰ ਕਹਿੰਦੇ ਨੇ, ਦਾਤਾ ਇਹ ਤੇਰੀਆਂ ਦਾਤਾਂ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੇਰੇ ਮਾਲਕ ਕੋਈ ਤੈਨੂੰ ਗਾਉਂਦਾ ਹੈ, ਗਾਵੇ ਕੋ ਦਾਤ, ਤੇਰੀਆਂ ਦਾਤਾਂ ਨੂੰ ਵੇਖਦਾ ਹੈ। ਉਹ ਭਾਵੇਂ ਪੁੱਤਰ ਦੇ ਰੂਪ ਵਿੱਚ ਹੋਣ, ਭਾਵੇਂ ਧੀਆਂ ਦੇ ਰੂਪ ਵਿੱਚ ਹੋਣ, ਭਾਵੇਂ ਪਦਾਰਥਾਂ ਦੇ ਰੂਪ ਵਿੱਚ ਹੋਣ। ਜਿਹਨੂੰ ਸਮਝ ਆ ਜਾਏ ਵੀ ਇਹ ਦਾਤ ਪਰਮਾਤਮਾ ਦੀ ਦਿੱਤੀ ਹੈ, ਗਾਵੇ ਕੋ ਦਾਤ ਜਾਣੇ ਨੀਸ਼ਾਨ। ਉਹ ਪਦਾਰਥਾਂ ਨੂੰ ਵੇਖ ਕੇ ਕਦੀ ਅਹੰਕਾਰ ਹਉਮੈ ਵਿੱਚ ਜੀਵਨ ਨਹੀਂ ਜਿੰਦਾ। ਨਹੀਂ ਤੇ ਸਾਧ ਸੰਗਤ ਬੰਦੇ ਕੋਲ ਚਾਰ ਦਮੜੇ ਆ ਜਾਣ ਤੇ ਸਤਿਗੁਰੂ ਕਹਿੰਦੇ ਨੇ ਬੰਦੇ ਦਾ ਸੁਭਾਅ ਹੀ ਬਦਲ ਜਾਂਦਾ ਹੈ। ਇਹ ਪਰਮਾਤਮਾ ਦੀ ਕੁਦਰਤ, ਪਰਮਾਤਮਾ ਦੇ ਨਿਯਮ ਅਨੁਸਾਰ ਜੀਵਨ ਜਿਉਣਾ ਹੀ ਭੁੱਲ ਜਾਂਦਾ ਹੈ। ਵੇਖੋ ਐਡਾ ਵੱਡਾ ਦਾਤਾ ਹੈ, ਉਹਨੇ ਕਿਸੇ ਬੰਦੇ ਕੋਲ ਆਪਣੀ ਵਡਿਆਈ ਨਹੀਂ ਕਰਵਾਣੀ, ਉਹ ਦਾਤਾਂ ਦਿੱਤੀ ਜਾ ਰਿਹਾ। ਜਿਹੜਾ ਉਹਦੀ ਵਡਿਆਈ ਕਰਦਾ ਉਹਨੂੰ ਵੀ ਦੇ ਰਿਹਾ, ਜਿਹੜਾ ਉਹਦੀ ਵਡਿਆਈ ਨਹੀਂ ਕਰਦਾ ਉਹਨੂੰ ਵੀ ਦੇ ਰਿਹਾ। ਜਿਹੜਾ ਉਹਦੇ ਗੁਣ ਗਾ ਰਿਹਾ, ਹਾਲਾਂਕਿ ਗੁਣ ਗਾਣੇ ਇਸ ਕਰਕੇ ਨੇ ਤਾਂ ਕਿ ਉਹਦੇ ਗੁਣਾਂ ਦੇ ਵਿੱਚ ਸਮਾ ਕੇ ਉਹਦੇ ਗੁਣ ਆਪਣੇ ਅੰਦਰ ਇੰਪਲੀਮੈਂਟ ਕਰ ਲਈਏ। ਦੱਸੋ, ਜੇ ਉਹਦੇ ਗੁਣ ਅਸੀਂ ਧਾਰਨ ਕਰਾਂਗੇ ਤੇ ਲਾਭ ਸਾਨੂੰ ਹੈ ਨਾ। ਪਰਮਾਤਮਾ ਨੇ ਤੇ ਸਾਡੇ ਕੋਲੋਂ ਕੁਝ ਨਹੀਂ ਨਾ ਲੈਣਾ। ਦੇਖੋ, ਬੰਦੇ ਦੀ ਮਾਂ ਬੱਚੇ ਨੂੰ ਪਾਲਦੀ ਹੈ ਤੇ ਮਾਂ ਬੱਚੇ ਨੂੰ ਪਾਲਣ ਪਿੱਛੇ ਵੀ ਇੱਕ ਗਰਜ਼ ਰੱਖਦੀ ਹੈ। ਵੱਡਾ ਹੋਆ ਧਨ ਖਾਟ ਦੇ ਕਰ ਭੋਗ ਬਿਲਾਸਾ, ਵੱਡਾ ਹੋਏਗਾ ਧਨ ਖੱਟ ਕੇ ਲਿਆਏਗਾ, ਮੇਰੇ ਜੀਵਨ ਦਾ ਸਹਾਰਾ ਬਣੇਗਾ। ਪਰ ਦੱਸੋ ਸਾਧ ਸੰਗਤ, ਵੀ ਰੱਬ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ। ਸਭ ਤੋਂ ਵੱਡੀ ਦਾਤ ਉਸ ਪਰਮਾਤਮਾ ਨੇ ਸਾਨੂੰ ਮਨੁੱਖਾ ਦੇ ਦਿੱਤੀ ਹੈ ਕਿ ਰੱਬ ਨੇ ਸਾਡੇ ਕੋਲੋਂ ਕੁਝ ਵੰਡਾਣਾ ਹੈ। ਜਾਂ ਅਸੀਂ ਮੰਨ ਲਓ ਮਹੀਨੇ ਦਾ 2 ਲੱਖ 4 ਲੱਖ ਕਮਾਉਣ ਲੱਗ ਜਾਵਾਂਗੇ ਤੇ ਰੱਬ ਆਖੇਗਾ ਵੀ ਹੁਣ ਲੱਖ ਮੇਰੇ ਕੋਲ ਜਮ੍ਹਾਂ ਕਰਾਓ। ਨਹੀਂ, ਪਰਮਾਤਮਾ ਦੀ ਦਾਤ ਨੂੰ ਵਰਤ ਕੇ ਤੇ ਪਰਮਾਤਮਾ ਦੇ ਸ਼ੁਕਰ ਵਿੱਚ ਜੀਣਾ ਤੇ ਫਿਰ ਉਹਨੂੰ ਹਉਮੈ ਨਾ ਬਣਨ ਦੇਣਾ, ਬਲਕਿ ਉਹਦੇ ਨਾਲ ਸਮਾਜ ਦਾ ਭਲਾ ਕਰਨਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਇਹ ਤੇ ਰੱਬ ਦੀਆਂ ਦਾਤਾਂ ਦਾ ਸ਼ੁਕਰ ਹੈ। ਔਰ ਗੁਰੂ ਨਾਨਕ ਸਾਹਿਬ ਜੀ ਹੀ ਕਹਿ ਰਹੇ ਨੇ, ਗਾਵੇ ਕੋ ਦਾਤ ਜਾਣੇ ਨੀਸ਼ਾਨ। ਸਤਿਗੁਰ ਕੋਈ ਤੇਰੇ ਦਾਤਾਂ ਨੂੰ ਵੇਖ ਕੇ ਗਾਉਂਦਾ ਹੈ ਕਿ ਜਿਹੜੀਆਂ ਤੂੰ ਦਾਤਾਂ ਦਿੱਤੀਆਂ ਨੇ ਤੇਰੀ ਨਿਸ਼ਾਨੀ ਹੈ। ਪਰ ਧਿਆਨ ਦੇਣਾ, ਬੜੇ ਵਿਰਲੇ ਨੇ। ਕੋ ਸ਼ਬਦ ਨਾਲ ਨਾਲ ਜ਼ਰੂਰ ਧਿਆਨ ਰੱਖਣਾ। ਕੋ ਦਾ ਮਤਲਬ ਹੈ ਕੋਈ, ਨਹੀਂ ਤੇ ਹਉਮੈ ਬੜੀ ਛੇਤੀ। ਨਾਨਕ ਹੁਕਮੈ ਜੇ ਬੁੱਝੈ, ਇਹ ਉਹਨਾਂ ਦੀ ਗੱਲ ਹੋ ਰਹੀ ਜਿਨ੍ਹਾਂ ਬੁੱਝਿਆ ਥੋੜਾ ਬਹੁਤਾ, ਤੇ ਜਿਨ੍ਹਾਂ ਨਹੀਂ ਬੁੱਝਿਆ ਉਹਨਾਂ ਦੇ ਜੀਵਨ ਅੰਦਰ ਹਉਮੈ ਹੈ। ਜਿਨ੍ਹਾਂ ਥੋੜਾ ਬੂਝ ਲਿਆ, ਸਤਿਗੁਰ ਕਹਿੰਦੇ ਨੇ ਉਹਨਾਂ ਦੇ ਅੰਦਰ ਹੁਕਮ ਨੂੰ ਬੂਝ ਕੇ ਹਉਮੈ ਖਤਮ ਹੋ ਗਈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਫਿਰ ਅਗਲਾ ਬਚਨ ਕਰਦੇ ਨੇ। ਸਾਹਿਬ ਕਹਿੰਦੇ ਨੇ, ਗਾਵੇ ਕੋ ਗੁਣ ਵਡਿਆਈਆਂ ਚਾਰ। ਚਾਰ ਸ਼ਬਦ ਦੇ ਇੱਥੇ 4 ਸ਼ਬਦ ਦਾ ਰਾਰਾ ਮੁਕਤਾ ਹੈ। ਇਸ 4 ਦਾ ਬਾਣੀ ਦੇ ਵਿੱਚ ਅਰਥ ਹੈ ਸੁੰਦਰ, ਸੋਹਣਾ। ਇੱਕ 4 ਬਾਣੀ ਦੇ ਵਿੱਚ ਆਂਦਾ 4 ਦੇ ਰਾਰੇ ਨੂੰ ਸਿਹਾਰੀ। ਇਸ 4 ਦਾ ਮਤਲਬ ਹੈ ਗਿਣਤੀ ਦਾ 4। ਜਿਵੇਂ ਆਪ ਸ਼ਬਦ ਪੜ੍ਹਦੇ ਹੋ, 4 ਕੁੰਟ ਦਹਿ ਦਿਸ਼ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। 4 ਕੁੰਟ 4 ਦਿਸ਼ਾਵਾਂ। ਇੱਕ ਸ਼ਬਦ ਬਾਣੀ ਵਿੱਚ ਹੋਰ ਆਂਦਾ, 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਉੱਥੇ 4 ਦਾ ਮਤਲਬ ਹੈ ਗਿਣਤੀ ਦੇ 4।
ਇਸੇ ਤਰ੍ਹਾਂ ਬਾਣੀ ਦੇ ਵਿੱਚ ਇੱਕ ਸ਼ਬਦ ਹੋਰ ਹੈ ਜਿੱਥੇ ਸਤਿਗੁਰੂ ਜੀ ਨੇ 4 ਅਚਾਰ ਰਹੇ ਉਰਜਾਏ, 4 ਅਚਾਰ ਰਹੇ ਉਰਜਾਏ। 4 ਦਾ ਮਤਲਬ ਉੱਥੇ ਸੁੰਦਰ ਹੈ, ਰੱਬ ਦੀਆਂ ਦਿੱਤੀਆਂ ਹੋਈਆਂ ਸੋਹਣੀਆਂ ਵਡਿਆਈਆਂ ਦੇ ਵਿੱਚ ਉਲਝਾ ਜਾਣਾ, ਉਲਝ ਜਾਣਾ। ਰੱਬ ਨੇ ਦਾਤਾਂ ਦਿੱਤੀਆਂ, ਸੋਹਣੀਆਂ ਪਦਾਰਥ ਦਿੱਤੇ, ਪਰ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਖੁਆਰ ਕਰ ਲੈਣਾ। ਇੱਥੇ ਸ਼ਬਦ ਹੈ 4। 4 ਦਾ ਮਤਲਬ ਹੈ ਸੁੰਦਰ, ਸੋਹਣਾ। ਕੋਈ ਰੱਬ ਨੂੰ ਤਾਂ ਗਾਉਂਦਾ ਹੈ ਕਿ ਉਸ ਪਰਮਾਤਮਾ ਦੀਆਂ ਸੋਹਣੀਆਂ ਵਡਿਆਈਆਂ ਉਹਨੂੰ ਨਜ਼ਰ ਆ ਗਈਆਂ, ਸਮਝ ਆ ਗਈਆਂ, ਉਹਨੂੰ ਰੱਬ ਦੀਆਂ ਵਡਿਆਈਆਂ ਦਿਸ ਗਈਆਂ ਵੀ ਪਰਮਾਤਮਾ ਦੀ ਆਹ ਵਡਿਆਈ ਹੈ, ਰੱਬ ਜੀ ਦੀ ਆਹ ਵਡਿਆਈ ਹੈ। ਧਿਆਨ ਦੇਣਾ, ਸਭ ਵਡਿਆਈਆਂ ਉਸ ਕਰਤੇ ਦੀਆਂ ਨੇ। ਸਾਡੇ ਚਾਰੇ ਪਸਾਰੇ ਜਿੰਨਾ ਪਸਾਰਾ ਹੈ, ਜੋ ਕੁਝ ਹੈ, ਇਹ ਸਭ ਵਡਿਆਈਆਂ ਕਰਤੇ ਦੀਆਂ ਨੇ। ਪਰ ਸਤਿਗੁਰੂ ਕਹਿੰਦੇ ਨੇ ਕੋਈ ਵਿਰਲੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੀਆਂ ਸੁੰਦਰ ਵਡਿਆਈਆਂ ਸਮਝ ਵਿੱਚ ਆ ਜਾਂਦੀਆਂ ਨੇ, ਤੇ ਜਿਨ੍ਹਾਂ ਨੂੰ ਸਮਝ ਵਿੱਚ ਆ ਜਾਂਦੀਆਂ ਨੇ ਉਹ ਫਿਰ ਪਰਮਾਤਮਾ ਦੇ ਗੁਣ ਗਾਉਂਦੇ ਨੇ। ਗਾਵੇ ਕੋ ਗੁਣ ਵਡਿਆਈਆਂ 4, ਗਾਵੇ ਕੋ ਵਿਦਿਆ ਵਿਖਮ ਵਿਚਾਰ। ਪਾਤਸ਼ਾਹ ਕਹਿੰਦੇ ਨੇ ਕੋਈ ਉਹਦੀ ਵਿਦਿਆ ਨੂੰ, ਉਹਦੇ ਗਿਆਨ ਨੂੰ, ਉਹਦੀ ਦਿੱਤੀ ਦਾਤ ਦੇ ਨਾਲ, ਉਹਦੇ ਦਿੱਤੇ ਹੋਈ ਇਸ ਅਕਲ ਦੇ ਨਾਲ ਸੰਸਾਰ ਦੀ ਔਖੀ ਵਿਦਿਆ, ਔਖੀ ਵਿਦਿਆ, ਵਿਖਮ ਦਾ ਮਤਲਬ ਹੁੰਦਾ ਔਖੀ। ਧਿਆਨ ਦੇਣਾ, ਦੁਨੀਆ ਦੇ ਅੰਦਰ ਔਖੀ ਤੋਂ ਔਖੀ ਵਿਦਿਆ ਹੈ। ਦੁਨੀਆ ਦੇ ਅੰਦਰ ਗਿਆਨ ਔਖੇ ਤੋਂ ਔਖਾ ਹੈ। ਹੁਣ ਸਤਿਗੁਰ ਕਹਿੰਦੇ ਨੇ ਕੋਈ ਉਹਦੀ ਕਿਰਪਾ ਦੇ ਨਾਲ ਉਹਨੂੰ ਯਾਦ ਕਰਦਾ ਏ, ਪਰ ਜਦੋਂ ਉਹਨੂੰ ਸਮਝ ਆ ਜਾਂਦੀ ਏ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਉਹਦੀ ਔਖੀ ਵਿਦਿਆ ਨੂੰ ਵਿਚਾਰਦਾ, ਜਦੋਂ ਦੇ ਔਖੇ ਗਿਆਨ ਨੂੰ ਵਿਚਾਰਦਾ ਹੈ, ਵੇਦ ਸ਼ਾਸਤਰਾਂ ਦੇ ਵਿੱਚੋਂ ਜਾਂ ਸੰਸਾਰ ਦੀ ਐਜੂਕੇਸ਼ਨ ਦੇ ਵਿੱਚੋਂ, ਪਾਤਸ਼ਾਹ ਕਹਿੰਦੇ ਨੇ ਫਿਰ ਉਹ ਜਦੋਂ ਔਖੀ ਵਿਦਿਆ ਨੂੰ ਰੱਬ ਦੀ ਦਿੱਤੀ ਅਕਲ ਦੇ ਨਾਲ, ਸੁਰਤ ਦੇ ਨਾਲ ਵਿਚਾਰਦਾ ਹੈ, ਤੇ ਉਹ ਫਿਰ ਪਰਮਾਤਮਾ ਦੇ ਗੁਣ ਗਾਉਂਦਾ ਹੈ ਕਿ ਮੇਰੇ ਮਾਲਕ ਜੀ ਤੇਰੀ ਕਿਰਪਾ ਦੇ ਨਾਲ ਇਹ ਮੈਂ ਵਿਦਿਆ, ਔਖੀ ਵਿਦਿਆ ਨੂੰ ਪੜ੍ਹ ਸਕਿਆ। ਅਸੀਂ ਸ਼ੁਕਰਾਨਾ ਕਰਨੇ ਆ ਨਾ ਜਦੋਂ ਜੀਵਨ ਦੇ ਵਿੱਚ, ਵੇਖੋ ਬੱਚੇ ਐਗਜ਼ਾਮ ਦੇਣ ਜਾਣਾ ਹੁੰਦਾ ਉਦੋਂ ਵੀ ਰੱਬ ਦੇ ਚਰਨਾਂ ਵਿੱਚ ਜੋਦੜੀ ਕਰਦੇ ਨੇ। ਐਗਜ਼ਾਮ ਵਿੱਚੋਂ ਜਦੋਂ ਚੰਗੇ ਨੰਬਰ ਆ ਜਾਣ ਉਦੋਂ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ, ਮੇਰੇ ਮਾਲਕ ਤੇਰਾ ਸ਼ੁਕਰ ਹੈ ਤੇਰੀ ਕਿਰਪਾ ਦੇ ਨਾਲ। ਮੈਂ ਪਹਿਲੋਂ ਵੀ ਬੇਨਤੀ ਕੀਤੀ ਹੈ, ਕਲਾਸ ਦੇ ਅੰਦਰ ਸਟੂਡੈਂਟ ਤੇ 50 ਨੇ, ਪਰ ਧਿਆਨ ਦੇਣਾ 50 ਦੇ ਵਿੱਚੋਂ ਜੇ 10 ਬੱਚੇ ਨੇ ਫਸਟ ਡਿਵੀਜ਼ਨ ਲਈ, ਪੂਰੇ ਵਿੱਚੋਂ ਪੂਰੇ ਨੰਬਰ ਲਏ, ਤੇ 10 ਦੇ 10 ਸ਼ੁਕਰ ਵਿੱਚ ਨਹੀਂ ਹੁੰਦੇ। ਸ਼ੁਕਰ ਵਿੱਚ ਉਹ ਹੋਏਗਾ ਜਿਹਨੂੰ ਸਮਝ ਆ ਗਈ ਮਾਲਕ ਜੀ ਇਹਨਾਂ 50 ਦੇ ਵਿੱਚੋਂ ਸਿਰਫ 10 ਨਿਕਲੇ ਆ, 10 ਦੇ ਵਿੱਚੋਂ ਇਹਨਾਂ 50 ਵਿੱਚੋਂ 40 ਉਹ ਵੀ ਨੇ ਜਿਨ੍ਹਾਂ ਨੂੰ ਸਤਿਗੁਰ ਜੀ 3rd ਡਿਵੀਜ਼ਨ ਜਾਂ ਜਿਹੜੇ ਪਿੱਛੇ ਰਹਿ ਗਏ ਨੇ ਸਿਰਫ ਪਾਸ ਹੀ ਹੋਏ ਨੇ। ਤੇਰੀ ਕਿਰਪਾ ਦੇ ਨਾਲ ਔਖੀ ਵਿਦਿਆ ਨੂੰ ਮੈਂ ਵਿਚਾਰਿਆ, ਸਮਝਿਆ। ਜਿਹਨੂੰ ਸਮਝ ਆ ਗਈ ਫਿਰ ਉਹ ਗਾਉਂਦਾ ਹੈ ਰੱਬ ਨੂੰ, ਉਹ ਉਹਦੇ ਵਿੱਚੋਂ ਵੀ ਰੱਬ ਦੇ ਦੀਦਾਰ ਕਰੇ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਉਹ ਪੜ ਆਪ ਰਿਹਾ ਹੈ, ਮਿਹਨਤ ਆਪ ਕਰ ਰਿਹਾ ਹੈ, ਪਰ ਆਪਣੀ ਕੀਤੀ ਮਿਹਨਤ ਦੇ ਵਿੱਚੋਂ ਵੀ ਰੱਬ ਨੂੰ ਚੇਤੇ ਕਰ ਰਿਹਾ ਵੀ ਸਤਿਗੁਰ ਇਹ ਤੇਰੀ ਕਿਰਪਾ ਹੈ, ਇਹ ਤੇਰੀ ਬਖਸ਼ਿਸ਼ ਹੈ। ਫਿਰ ਪਾਤਸ਼ਾਹ ਕਹਿੰਦੇ ਨੇ ਗਾਵੇ ਕੋ ਸਾਜ ਕਰੇ ਤਨਖੇ, ਕੋਈ ਉਹਨੂੰ ਗਾਉਂਦਾ ਹੈ ਵੀ ਮੇਰੇ ਸਤਿਗੁਰ ਤੂੰ ਸਾਜ ਰਿਹਾ, ਸਾਰੀ ਸ੍ਰਿਸ਼ਟੀ ਨੂੰ ਤੂੰ ਸਾਜਿਆ, ਤੇ ਸਾਜ ਕੇ ਫਿਰ ਤੂੰ ਇਹਨੂੰ ਖੇ ਕਰ ਦੇਣਾ। ਤੇਰੀ ਜਨਮ ਮਰਨ ਦੀ ਖੇਡ ਨੂੰ ਜਦੋਂ ਕੋਈ ਵੇਖਦਾ ਵੀ ਸਾਜਣਾ ਵੀ ਤੂੰ ਹੈ, ਜਿਹਨੂੰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ, ਦੂਧ ਪਰ ਜੋਬਨ ਭੋਜਨ ਸੁਖ ਸੋਧ। ਪਰ ਪਾਤਸ਼ਾਹ ਕਹਿੰਦੇ ਨੇ ਇਹ ਨਿਰਗੁਣ ਗੁਣ ਕਛੂ ਨਾ ਬੁਝੈ, ਬਖਸ਼ ਲਿਹੋ ਤੋ ਨਾਨਕ ਸਿਜੈ। ਹੁਣ ਸਭ ਕਹਿੰਦੇ ਨੇ ਗਾਵੇ ਕੋ ਸਾਜ ਕਰੇ, ਤੈਨੂੰ ਕੋਈ ਇਸ ਕਰਕੇ ਗਾ ਰਿਹਾ ਤੂੰ ਸਾਜਣਾ ਹੈ, ਸਾਜ ਕੇ ਫਿਰ ਖੇ ਕਰ ਦੇਣਾ, ਮਿੱਟੀ ਕਰ ਦੇਣਾ, ਫਿਰ ਤੂੰ ਵਿਨਾਸ਼ ਕਰ ਦੇਣਾ। ਗਾਵੇ ਕੋ ਜੀ ਲੈ ਫਿਰਦੇ, ਕੋਈ ਤੈਨੂੰ ਇਸ ਕਰਕੇ ਗਾ ਰਿਹਾ ਤੂੰ ਜਿੰਦ ਲੈ ਲੈਣਾ ਤੇ ਜਿੰਦ ਲੈ ਕੇ ਫਿਰ ਦੇ ਦੇਣਾ। ਪਰ ਧਿਆਨ ਦੇਣਾ ਇਹ ਕੁਦਰਤ ਪਰਿਵਰਤਨਸ਼ੀਲ ਹੈ। ਸਾਧ ਸੰਗਤ, ਪਰਮਾਤਮਾ ਜਿੰਦ ਲੈਂਦਾ ਹੈ, 5 ਤੱਤਾਂ ਨਾਲ ਸਰੀਰ ਸਾਜਿਆ ਪਰਮਾਤਮਾ ਨੇ। ਜਿਦਨ ਨਾਸ਼ ਹੋਇਆ, ਸਖੇ ਹੋਇਆ, ਉਹਦਨੇ 5 ਤੱਤ ਜਿਹੜੇ ਸੀ ਫਿਰ 5 ਤੱਤਾਂ ਵਿੱਚ ਮਿਲ ਗਏ। ਤਾਂ ਹੀ ਸਤਿਗੁਰੂ ਕਹਿੰਦੇ ਨੇ ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ, ਮਰਿਆ ਕੋ ਨੇ ਕੋਈ ਵੀ ਨਹੀਂ। ਪਾਣੀ ਪਾਣੀ ਵਿੱਚ ਮਿਲ ਗਿਆ, ਅਗਨ ਅਗਨ ਵਿੱਚ ਮਿਲ ਗਈ, ਆਕਾਸ਼ ਆਕਾਸ਼ ਵਿੱਚ ਮਿਲ ਗਿਆ, ਧਰਤੀ ਧਰਤੀ ਵਿੱਚ ਮਿਲ ਗਈ। ਸਭ ਕਹਿੰਦੇ ਨੇ ਮਿੱਟੀ ਮਿੱਟੀ ਵਿੱਚ ਮਿਲ ਗਈ, ਸਭ ਤੱਤ ਤੱਤਾਂ ਵਿੱਚ ਮਿਲ ਗਏ।
ਹੁਣ ਧਿਆਨ ਦੇਣਾ, ਇਹ ਤੱਤਾਂ ਵਿੱਚ ਮਿਲੇ ਹੋਏ ਤੱਤ, ਜਦੋਂ ਉਹ ਬੰਦਾ ਜਿਹੜਾ ਫਨਾ ਹੋਇਆ, ਖਤਮ ਹੋਇਆ, ਉਹਦੀ ਮਿੱਟੀ ਵਿੱਚ ਮਿਲ ਗਈ, ਉਸ ਮਿੱਟੀ ਦੇ ਵਿੱਚੋਂ ਕਿਸੇ ਨਵੇਂ ਰੁੱਖ ਨੇ ਫਿਰ ਜਨਮ ਲੈ ਲਿਆ। ਰੱਬ ਜੀ ਕੋਈ ਤੇਰੀਆਂ ਦਾਤਾਂ ਨੂੰ ਵੇਖ ਕੇ ਤੈਨੂੰ ਗਾ ਰਿਹਾ ਹੈ ਵੀ ਤੂੰ ਸਾਜ ਰਿਹਾ ਹੈ, ਤੂੰ ਫਿਰ ਫਨਾ ਕਰ ਰਿਹਾ ਹੈ, ਤੂੰ ਜਿੰਦ ਲੈ ਲੈਣਾ ਹੈ, ਜਿੰਦ ਲੈ ਕੇ ਫਿਰ ਦੇ ਦੇਣਾ, ਜੀ ਲੈ ਫਿਰ ਦੇ। ਸਤਿਗੁਰ ਜੀ ਖਤਮ ਤੇ ਕੁਝ ਵੀ ਨਹੀਂ ਹੋਇਆ, ਮਰਿਆ ਤੇ ਕੁਝ ਵੀ ਨਹੀਂ। ਅਸਲ ਵਿੱਚ ਪੰਜ ਤੱਤ ਪੰਜਾਂ ਤੱਤਾਂ ਵਿੱਚ ਮਿਲ ਕੇ ਫਿਰ ਪਰਿਵਰਤਨਸ਼ੀਲ ਹੋ ਗਏ, ਫਿਰ ਉਹਨਾਂ ਦੇ ਅੰਦਰ ਜੀਵਨ ਪੈਦਾ ਹੋ ਗਿਆ, ਉਹ ਕਿਸੇ ਵੱਖਰੇ ਰੂਪ ਵਿੱਚ ਪੈਦਾ ਹੋਇਆ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਗਾਵੇ ਕੋ ਜੀ ਲੈ ਫਿਰ ਦੇ, ਗਾਵੇ ਕੋ ਜਾਪੈ ਦਿਸੈ ਦੂਰ। ਕੋਈ ਤੈਨੂੰ ਇਸ ਕਰਕੇ ਗਾ ਰਿਹਾ ਹੈ, ਉਹਨੂੰ ਇੰਜ ਜਾਪਦਾ ਹੈ ਵੀ ਮੇਰੇ ਮਾਲਕ ਜੀ ਤੂੰ ਕਿਤੇ ਦੂਰ ਹੈ, ਦਿਸੈ ਦੂਰ, ਤੂੰ ਕਿਤੇ ਦੂਰ ਹੈ, ਉਹ ਦੂਰ ਤੇਰੇ ਤੱਕ ਪਹੁੰਚਣਾ ਚਾਹੁੰਦਾ, ਇਸ ਕਰਕੇ ਤੈਨੂੰ ਗਾ ਰਿਹਾ ਹੈ। ਪਰ ਪਾਤਸ਼ਾਹ ਕੋਈ ਇਸ ਕਰਕੇ ਗਾ ਰਿਹਾ, ਵੇਖੇ ਹਾਦਰਾ ਹਦੂਰ, ਉਹ ਕਹਿੰਦਾ ਪਰਮਾਤਮਾ ਨੇੜੇ ਹੈ, ਮੇਰੇ ਅੰਗ ਸੰਗ ਹੈ, ਮੇਰੇ ਅੰਦਰ ਵਸਦਾ ਹੈ। ਕੋਈ ਤੈਨੂੰ ਦੂਰ ਜਾਣ ਕੇ ਉੱਥੇ ਪਹੁੰਚਣਾ ਚਾਹੁੰਦਾ ਤਾਂ ਚੇਤੇ ਕਰ ਰਿਹਾ ਹੈ। ਕੋਈ ਸਤਿਗੁਰ ਜੀ ਉਹ ਤੈਨੂੰ ਇਸ ਕਰਕੇ ਚੇਤੇ ਕਰ ਰਿਹਾ ਵੀ ਉਹ ਕਹਿੰਦਾ ਤੂੰ ਮੇਰੇ ਨੇੜੇ ਹੈ, ਅੰਦਰ ਹੈ। ਤਾਂ ਹੀ ਭਗਤ ਜੀ ਕਹਿੰਦੇ ਨੇ, ਕਾਹੇ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛੁਪਾਇਓ, ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ। ਭਾਈ ਪਰਮਾਤਮਾ ਰੱਬ ਜੀ ਕਹੋ ਰਵਿਦਾਸ, ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਏ। ਸਰੀਰ ਦਾ ਸਭ ਤੋਂ ਨੇੜੇ ਦਾ ਅੰਗ ਹੱਥ ਹੈ। ਪੈਰ ਤੇ ਚੋਟ ਲੱਗ ਜਾਏ, ਅੱਖਾਂ ਬਾਅਦ ਵਿੱਚ ਪਹੁੰਚਦੀਆਂ ਨੇ, ਹੱਥ ਪਹਿਲੋਂ ਪਹੁੰਚ ਜਾਂਦਾ ਹੈ। ਪਰ ਸਤਿਗੁਰ ਕਹਿੰਦੇ ਨੇ ਰੱਬ ਤੇਰੇ ਹੱਥ ਨਾਲੋਂ ਵੀ ਨੇੜੇ ਹੈ। ਬਾਬਾ ਕਬੀਰ ਸਾਹਿਬ ਜੀ ਨੇ ਜਿਹੜੇ ਬੋਲ ਕੇ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਗਾਵੇ ਕੋ ਇਸ ਕਰਕੇ ਗਾਉਂਦਾ, ਵੇਖੇ ਹਾਦਰਾ ਹਦੂਰ, ਕਥਨਾ ਕਥੀ ਨਾ ਆਵੇ ਤੋਟ। ਸਤਿਗੁਰ ਤੇਰੇ ਗੁਣ ਇੰਨੇ ਨੇ, ਜੇ ਮੈਂ ਸਾਰੀ ਜ਼ਿੰਦਗੀ ਵੀ ਕਥਦਾ ਰਵਾਂ, ਮੈਂ ਅਨੇਕਾਂ ਜਨਮ ਮਿਲਣ ਉਹਨਾਂ ਵਿੱਚ ਕਥਦਾ ਰਵਾਂ, ਪਰ ਸਤਿਗੁਰ ਤੇਰੇ ਗੁਣਾਂ ਦਾ ਅੰਤ ਨਹੀਂ। ਕਥਨਾ ਕਥੀ ਨਾ ਆਵੇ ਤੋਟ, ਤੋਟ ਦਾ ਮਤਲਬ ਹੈ ਘਾਟਾ, ਕਮੀ। ਤੇਰੇ ਗੁਣ ਗਾ ਕੇ ਤੇਰੇ ਗੁਣ ਘਟਦੇ ਨਹੀਂ, ਉਹ ਮੁੱਕਦੇ ਨਹੀਂ। ਕਥ ਕਥ ਕਥੀ ਕੋਟੀ ਕੋਟ ਕੋਟ। ਸਤਿਗੁਰ ਜੀ ਕਥਨ ਵਾਲੇ ਕਰੋੜਾਂ ਹੀ ਲੋਕ, ਕਰੋੜਾਂ ਹੀ ਜੀਵ ਤੈਨੂੰ ਕਥ ਰਹੇ ਨੇ, ਬੋਲ ਰਹੇ ਨੇ, ਪਰ ਸਤਿਗੁਰ ਜੀ ਤੇਰੇ ਗੁਣਾਂ ਦਾ ਕੋਈ ਅੰਤ ਨਹੀਂ। ਕਥ ਕਥ ਕਥੀ, ਕਥੀ ਸ਼ਬਦ ਬਹੁਵਚਨ ਸ਼ਬਦ ਹੈ, ਕਥਦੇ ਨੇ, ਬੋਲਦੇ ਨੇ, ਕਰੋੜਾਂ ਹੀ ਬੋਲਦੇ ਨੇ, ਕਰੋੜਾਂ ਤਰ੍ਹਾਂ ਦੇ ਸ਼ਬਦ ਬੋਲਦੇ ਨੇ, ਕਰੋੜਾਂ ਤਰ੍ਹਾਂ ਦੇ ਤਰੀਕਿਆਂ ਨਾਲ ਬੋਲਦੇ ਨੇ, ਪਰ ਸਤਿਗੁਰ ਤੇਰੇ ਗੁਣਾਂ ਦਾ ਕੋਈ ਅੰਤ ਨਹੀਂ। ਦੇਂਦਾ ਦੇ, ਤੂੰ ਦਾਤਾਂ ਦੇ ਰਿਹਾ, ਤੂੰ ਦਾਤਾਂ ਦੇ ਰਿਹਾ। ਤੇ ਸ਼ਬਦ ਧਿਆਨ ਦੇਣਾ, ਦੇ ਸ਼ਬਦ ਹੈ, ਦੇ ਸ਼ਬਦ ਦਾ ਮਤਲਬ ਹੈ ਦੇਣਾ। ਸਤਿਗੁਰ ਤੂੰ ਦਾਤਾਂ ਦੇ ਰਿਹਾ, ਦੇਂਦਾ ਦੇ, ਲੈਂਦੇ ਥੱਕ ਪਾਹੇ। ਸਤਿਗੁਰ ਜੀ ਅਸੀਂ ਲੈਂਦੇ ਥੱਕ ਜਾਂਦੇ ਹਾਂ। ਜੀਵ ਲੈਂਦਾ ਥੱਕ ਜਾਂਦਾ। ਕਿਵੇਂ ਥੱਕ ਜਾਂਦਾ ਹੈ? ਧਿਆਨ ਦੇਣਾ, ਕੱਪੜੇ ਬਾਜ਼ਾਰ ਵਿੱਚ ਅਜੇ ਵੀ ਭਰੇ ਪਏ ਨੇ, ਘਰ ਵਿੱਚ ਅਲਮਾਰੀ ਭਰੀ ਪਈ ਹੈ, ਪਰ ਹੁਣ ਸਰੀਰ ਦਾ ਢਾਂਚਾ ਐਸਾ ਬਣ ਗਿਆ, ਹੁਣ ਇਹ ਕੱਪੜੇ ਨੂੰ ਤਨ ਤੇ ਪਾਣੇ ਚੰਗੇ ਨਹੀਂ ਲੱਗਦੇ, ਜਾਂ ਪਾਏ ਹੋਏ ਨੂੰ ਆਪਣੇ ਆਪ ਨਹੀਂ ਚੰਗੇ ਲੱਗਦੇ। ਬਜ਼ੁਰਗੀ ਆ ਗਈ, ਹੱਡੀਆਂ ਰਹਿ ਗਈਆਂ ਨੇ, ਪਦਾਰਥ ਭਰੇ ਪਏ ਨੇ, ਅਜੇ ਬਾਜ਼ਾਰ ਭਰੇ ਪਏ ਨੇ, ਘਰ ਵਿੱਚ ਪਦਾਰਥਾਂ ਦੇ ਅੰਬਾਰ ਲੱਗੇ ਪਏ ਨੇ, ਪਰ ਜੀਭਾ ਦਾ ਸਵਾਦ ਮੁੱਕ ਗਿਆ। ਜੀਭਾ ਸੰਸਾਰ ਦੇ ਰਸ ਕਸਾਂ ਨੂੰ, ਹੁਣ ਉਹਨਾਂ ਦੇ ਰਸ ਨੂੰ ਪਹਿਚਾਨਣ ਨੂੰ ਰਹਿ ਗਈ ਹੈ। ਸਤਿਗੁਰ ਕਹਿੰਦੇ ਨੇ, ਖਾਂਦੇ ਆ ਮੂੰਹ ਇਕੱਠਾ, ਪਹਿਨਦੇ ਆ ਸਭ ਅੰਗ, ਤ੍ਰਿਗ ਤਿਨਾ ਕਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਦੇਂਦਾ ਦੇ, ਲੈਂਦੇ ਥੱਕ ਪਾਹੇ। ਸਤਿਗੁਰੂ ਤੂੰ ਦੇ ਰਿਹਾ, ਤੇਰੀਆਂ ਦਾਤਾਂ ਵਿੱਚ ਕੋਈ ਕਮੀ ਨਹੀਂ, ਪਰ ਅਸੀਂ ਲੈਣ ਵਾਲੇ ਜੀਵ ਥੱਕ ਜਾਂਦੇ ਹਾਂ। ਸਾਨੂੰ ਸੰਸਾਰ ਦੇ ਅੰਦਰ, ਕਿਉਂਕਿ ਸਮਾਂ ਆਪਣੀ ਗਿਰਫਤ ਵਿੱਚ ਲੈ ਲੈਂਦਾ ਹੈ, ਜੁਗਾ ਜੁਗੰਤਰ ਖਾਹੀ ਜੁਗਾਂ ਤੋਂ। ਪਾਤਸ਼ਾਹ ਕਹਿੰਦੇ ਨੇ ਜੁਗੰਤਰ ਦਾ ਮਤਲਬ ਹੈ ਜੁਗ ਅੰਤਰ, ਸਾਰੇ ਜੁਗਾਂ ਵਿੱਚ ਹੀ, ਸਦਾ ਤੋਂ ਹੀ ਖਾਹੀ। ਸਤਿਗੁਰੂ ਜੀ ਖਾਣ ਵਾਲੇ ਅਸੀਂ ਜੀਵ, ਵੱਖ ਰੂਪਾਂ ਦੇ ਵਿੱਚ, ਵੱਖ ਰੰਗਾਂ ਜਾਤਾਂ ਦੇ ਵਿੱਚ ਤੇਰੀਆਂ ਦਿੱਤੀਆਂ ਦਾਤਾਂ ਨੂੰ ਖਾ ਰਹੇ ਆ। ਸਿਰਫ ਇਨਸਾਨ ਥੋੜਾ ਖਾ ਰਿਹਾ, ਰੱਬ ਦੀ ਬਣਾਈ ਕੁਦਰਤ ਵਿੱਚ ਬੇਅੰਤ ਜੀਵ ਨੇ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਸਭ ਖਾ ਰਹੇ ਨੇ। ਪਰ ਸਤਿਗੁਰ ਕਹਿੰਦੇ ਨੇ, ਤੂੰ ਕਿੰਨਾ ਬੇਅੰਤ ਹੈ ਮੇਰੇ ਮਾਲਕ ਜੀ। ਕੋਈ ਤੈਨੂੰ ਗਾ ਰਿਹਾ ਇਸ ਕਰਕੇ ਵੀ ਤੇਰੀਆਂ ਇਹਨਾਂ ਦਾਤਾਂ ਨੂੰ ਵੇਖਦਾ ਹੈ, ਤੇਰੇ ਚਰਜ ਕੋ ਤੱਕ ਵੇਖਦਾ ਹੈ। ਫਿਰ ਪਾਤਸ਼ਾਹ ਕਹਿੰਦੇ ਨੇ, ਹੁਕਮੀ ਹੁਕਮ ਚਲਾਏ ਰਾਹ। ਸਤਿਗੁਰ ਜਿਸ ਹੁਕਮੀ ਨੂੰ ਤੂੰ ਆਪਣੇ ਹੁਕਮ ਦੇ ਅੰਦਰ ਇਹ ਰਾਹ ਦੇ ਦੇਣਾ, ਤੇ ਸ਼ਬਦ ਰਾਹੋ ਨਹੀਂ ਬੋਲਣਾ। ਰਾਹ ਸ਼ਬਦ ਦੇ ਹਾਹੇ ਨੂੰ ਔਂਕੜੇ, ਇੱਕ ਵਚਨ ਸ਼ਬਦ ਦੇ ਇੱਕ ਰਾਹ।
परमात्मा दा राह, परमात्मा दा रस्ता। रस्ते संसार विच कई ने, ਜਦੋਂ कई रस्तियां ਦੀ ਗੱਲ ਹੋਏਗੀ ਉੱਥੇ ਹਾਹਾ ਮੁਕਤਾ ਹੋਏਗਾ। ਇੱਥੇ ਹਾਹੇ ਨੂੰ ਔਂਕੜੇ ਦਾ ਮਤਲਬ ਇੱਕ ਰਾਹ, ਹੁਕਮੀ ਹੁਕਮ ਚਲਾਏ, ਹੁਕਮੀ ਨੂੰ ਤੂੰ ਆਪਣੇ ਹੁਕਮ ਦੇ ਅੰਦਰ ਇਸ ਸੱਚ ਦੇ ਰਾਹ ਤੇ ਚਲਾ ਦੇਣਾ ਹੈ। ਉਹ ਚੱਲ ਜਾਂਦੇ ਨੇ ਤੇਰੇ ਰਾਹ ਤੇ। ਨਾਨਕ ਵਿਗਸੈ ਬੇਪਰਵਾਹ, ਨਾਨਕ ਜੀ ਉਹ ਪਰਮਾਤਮਾ ਬੇਪਰਵਾਹ ਹੈ। ਉਹ ਆਪਣੀ ਕੁਦਰਤ ਦੇ ਇਸ ਪਸਾਰੇ ਨੂੰ ਵੇਖਦਾ ਹੈ, ਖੁਸ਼ ਹੁੰਦਾ ਹੈ, ਖੇੜੇ ਵਿੱਚ ਰਹਿੰਦਾ ਹੈ, ਪਰ ਉਹ ਬੇਪਰਵਾਹ ਹੈ। ਉਹਨੂੰ ਕਿਸੇ ਦੀ ਪਰਵਾਹ ਨਹੀਂ ਵੀ ਕੋਈ ਉਹਦੇ ਬਾਰੇ ਕੀ ਬੋਲਦਾ ਹੈ, ਕੀ ਸੋਚਦਾ ਹੈ, ਜਾਂ ਦੁਨਿਆਵੀ ਤਲ ਤੇ ਕੋਈ ਬਹੁਤ ਵੱਡੀ ਪ੍ਰਭਤਾ ਦਾ ਮਾਲਕ ਹੈ। ਕਿਤੇ ਉਹ ਪਰਮਾਤਮਾ ਦੇ ਹੁਕਮ ਤੋਂ ਨਕਾਰਾ ਹੋਏਗਾ ਤੇ ਪਰਮਾਤਮਾ ਦੇ ਹੁਕਮ ਤੋਂ ਨਕਾਰਾ ਹੋਣ ਤੋਂ ਬਾਅਦ ਜਾਂ ਰੱਬ ਉਹਦੇ ਦਿੱਤੀ ਹੋਈਆਂ ਵਸਤੂਆਂ ਜਿਹੜੀਆਂ ਉਹਨੂੰ ਚਾਹੀਦੀਆਂ ਨੇ ਰੱਬ ਉਹਨੂੰ ਨਹੀਂ ਦੇ ਰਿਹਾ ਤੇ ਉਹਦੇ ਤੇ ਆਪਣਾ ਕੋਈ ਹੁਕਮ ਲਾਗੂ ਕਰ ਦੇਗਾ। ਨਹੀਂ, ਉਹਦੇ ਹੁਕਮ ਵਿੱਚ ਤੇ ਸਾਰੀ ਕਾਇਨਾਤ ਹੈ, ਸਾਰੀ ਸ੍ਰਿਸ਼ਟੀ ਹੈ, ਸਾਰਾ ਜਗਤ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹੇ ਨਾਨਕ ਜੀ, ਉਹ ਵਿਗਸਦਾ ਹੈ, ਉਹ ਬੇਪਰਵਾਹ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ। ਉਹ ਖੇੜੇ ਵਿੱਚ ਹੈ, ਉਹ ਸਦਾ ਆਨੰਦ ਵਿੱਚ ਹੈ, ਉਹ ਸਦਾ ਹੀ ਪਰਮਾਤਮਾ ਸਦਾ ਹੀ ਇੱਕ ਵਿਗਾਸ ਵਿੱਚ ਹੈ। ਕਿਉਂਕਿ ਉਹ ਕੁਦਰਤ ਵਿੱਚ ਹੁਕਮ ਰੂਪ ਵਿੱਚ, ਨਿਯਮ ਰੂਪ ਵਿੱਚ ਲਾਗੂ ਹੈ। ਉਹ ਆਪਣੇ ਆਪੇ ਪਸਾਰੇ ਦੇ ਅੰਦਰ ਆਪ ਲਾਗੂ ਹੋਇਆ ਵਰਤਦਾ ਹੈ, ਹੁਕਮ ਦੇ ਰੂਪ ਵਿੱਚ, ਨਿਯਮ ਦੇ ਰੂਪ ਵਿੱਚ। ਪਰ ਜਿਨ੍ਹਾਂ ਨੂੰ ਸਤਿਗੁਰ ਕਹਿੰਦੇ ਨੇ ਥੋੜੀ ਬਹੁਤੀ ਸਮਝ ਆਈ, ਉਹ ਫਿਰ ਇਹਨਾਂ ਢੰਗਾਂ ਦੇ ਨਾਲ ਰੱਬ ਨੂੰ ਚੇਤੇ ਕਰਦੇ ਨੇ। ਗਾਵੇ ਕੋ ਤਾਨ ਹੋਵੇ ਕਿਸੈ ਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ। ਇਹ ਇਹਨਾਂ ਢੰਗਾਂ ਨਾਲ ਉਹ ਰੱਬ ਨੂੰ ਚੇਤੇ ਕਰ ਰਿਹਾ ਹੈ। ਜਿਹਨੂੰ ਸਮਝ ਆ ਗਈ, ਜਿਹਨੂੰ ਪਾਤਸ਼ਾਹ ਕਹਿੰਦੇ ਨੇ, ਨਾਨਕ ਹੁਕਮੈ ਜੀ ਬੁਝੈ ਤਾ ਹਉਮੈ ਕਹੈ ਨਾ ਕੋਈ। ਸਤਿਗੁਰ ਕਿਰਪਾ ਕਰਨ, ਇਹਨਾਂ ਪਾਵਨ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਉਸ ਕਰਤੇ ਦੀਆਂ ਵਡਿਆਈਆਂ ਬੇਅੰਤਤਾਈਆਂ ਨੂੰ ਵੇਖ ਕੇ ਉਹਦੇ ਗੁਣ ਗਾਈਏ, ਉਹਦੇ ਗੁਣਾਂ ਨਾਲ ਜੜੀਏ, ਸਦਾ ਉਹਦੀ ਵਡਿਆਈ ਕਰੀਏ, ਸਦਾ ਉਹਦੇ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਫਿਰ ਸਾਡਾ ਗਾਵਿਆ ਸੁਣਿਆ ਪ੍ਰਵਾਨ ਹੈ। ਸਾਧ ਸੰਗਤ, ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।